ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅੱਜ ਅਸੀਂ ਇਮਾਨਦਾਰੀ ਨਾਲ ਸਮੀਖਿਆ ਕਰਨੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਕੁਝ ਵਾਪਰਿਆ, ਪਿਛਲੇ ਸਾਲਾਂ ਦੇ ਵਿੱਚ ਕਿਸ ਨੇ ਕੀ ਕਾਰਗੁਜ਼ਾਰੀ ਕੀਤੀ, ਪਰਫਾਰਮੈਂਸ ਵਾਈਜ਼ ਕਿੱਦਾਂ ਰਹੇ। ਮਾਹਿਰ ਮੰਨਦੇ ਨੇ, ਕਿਉਂਕਿ ਜਿਹੜੇ ਐਕਸਪਰਟਸ ਨੇ, ਸੀਨੀਅਰ ਨੇ, ਜਿਹੜੇ ਪੋਲੀਟੀਕਲ ਪੰਡਿਤ ਨੇ, ਉਹ ਮੰਨਦੇ ਨੇ। ਜੋ ਅਸੀਂ ਉਹ ਸਾਰੀ ਸਮੀਖਿਆ ਲੈ ਕੇ ਆਏ ਹਾਂ ਕਿ ਪਿਛਲੇ 35-40 ਸਾਲ ਉਹ ਕੰਮ ਨਹੀਂ ਹੋਏ ਪੰਜਾਬ ਦੇ ਵਿੱਚ ਜੋ ਹੋਣੇ ਚਾਹੀਦੇ ਸੀ। ਜੋ 1970 ਦਾ ਜੋ ਅਸੀਂ ਦਹਾਕਾ ਦੇਖੀਏ ਤਾਂ ਉਹਦੇ ਵਿੱਚ ਜਿਹੜੇ ਵਧੀਆ ਕੰਮ ਹੋਏ ਜਾਂ ਉਸ ਟਾਈਮ ਦੇ ਵਿੱਚ ਜਿਹੜੇ ਵਧੀਆ ਕੰਮ ਹੁੰਦੇ ਰਹੇ ਨੇ, ਉਸ ਦੇ ਨੇੜੇ ਤੇੜੇ ਵੀ ਕਿਤੇ ਪਰਫਾਰਮੈਂਸ ਨਹੀਂ ਹੋਈ। ਹਾਂ, ਵੱਡੇ ਵੱਡੇ ਲੀਡਰਸ ਆਏ, ਵੱਡੀਆਂ ਵੱਡੀਆਂ ਗੱਲਾਂ ਹੋਈਆਂ, ਉਹਨਾਂ ਦੀਆਂ ਦੌਲਤਾਂ ਦੇ ਅੰਬਾਰ ਲੱਗੇ ਅਤੇ ਉਹਨਾਂ ਦੇ ਫਾਰਮ ਹਾਊਸ ਬਣੇ, ਹੋਟਲ ਬਣੇ, ਟਰਾਂਸਪੋਰਟ ਬਣੀਆਂ, ਮਲਟੀਪਲੈਕਸ ਬਣੇ, ਮਹਿਲ ਵੀ ਬਣੇ, ਹੈਲੀਕਾਪਟਰ ਵੀ ਰੱਖੇ ਗਏ, ਹੈਲੀਪੈਡ ਵੀ ਬਣੇ। ਹੈਲੀਕਾਪਟਰ 'ਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਠੀਕ ਹੈ, ਕਿਹਾ ਜਾਂਦਾ ਕਿ ਸੂਬੇ ਦੇ ਕੰਮ ਵਾਸਤੇ ਚੱਲੇ ਆ, ਲੋਕਾਂ ਦੇ ਕੰਮ ਵਾਸਤੇ ਚੱਲੇ ਆ, ਪਰ ਕਿਤੇ ਨਾ ਕਿਤੇ ਮਾਹਿਰ ਮੰਨਦੇ ਨੇ ਕਿ ਆਪਣੇ ਵਾਸਤੇ ਵੀ ਜਾਂਦੇ ਰਹੇ ਨੇ, ਆਉਂਦੇ ਰਹੇ ਨੇ। ਯਾਨੀ ਕਿ ਹੈਲੀਕਾਪਟਰ 'ਤੇ ਇੱਦਾਂ ਬਣਾ ਲਿਆ ਜਿਵੇਂ ਬਾਈਕ ਹੁੰਦੀ ਹੈ, ਕਿਤੇ ਵੀ ਜਾਓ, ਜਾਂ ਸਾਈਕਲ ਹੁੰਦਾ ਕਿਤੇ ਵੀ ਚਲੇ ਜਾਓ। ਖੈਰ, ਜ਼ਰੂਰਤ ਪੈਂਦੀ ਹੈ ਕਿਉਂਕਿ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਟਾਈਮ ਸੇਵਿੰਗ ਕਰਨੀ ਹੁੰਦੀ, ਛੇਤੀ ਪਹੁੰਚਣਾ ਹੁੰਦਾ ਹੈ। ਸੂਬਾ ਕਿੱਥੇ ਖੜ੍ਹਾ ਹੈ, ਕਿਉਂਕਿ ਸੂਬੇ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਜਿੰਨਾ ਦਿੱਤਾ ਜਾਣਾ ਚਾਹੀਦਾ ਸੀ। ਤਾਂ ਫਿਰ ਜਿੱਦਾਂ ਦਾ ਰਾਜਾ ਉੱਦਾਂ ਦੀ ਪ੍ਰਜਾ ਵੀ ਹੋ ਜਾਂਦੀ ਹੈ, ਐਡਮਿਨਿਸਟ੍ਰੇਸ਼ਨ ਵੀ ਉੱਦਾਂ ਦੀ, ਔਰ ਸਾਰੇ ਜਾਣੇ ਖਾਣ ਪੀਣ 'ਤੇ ਲੱਗ ਗਏ, ਨੋਟਾਂ ਦੇ ਬੋਰਿਆਂ ਨੂੰ ਮੂੰਹ ਪਾ ਲਏ। ਇਹ ਮਾਹਿਰ ਮੰਨਦੇ ਨੇ। ਸੋ 3 ਲੱਖ ਕਰੋੜ ਦਾ ਕਰਜ਼ਾ ਸਾਡੇ ਉੱਤੇ ਹੋ ਗਿਆ, ਯਾਨੀ ਕਿ ਕਰਜ਼ਾ ਲੈ ਲੈ ਕੇ ਸਰਕਾਰਾਂ ਚਲਾਉਂਦੇ ਰਹੇ। ਪੋਲਿਸੀਜ਼ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਪੋਲਿਸੀ ਕਿੱਥੇ ਹੈ, ਹੈਲਥ ਵੈਲਫੇਅਰ ਦੀਆਂ ਸਕੀਮਸ ਕਿੱਥੇ ਨੇ, ਫਿਸਕਲ ਪੋਲਿਸੀ ਕਿੱਥੇ ਹੈ, ਇਕਨੋਮਿਕ ਪੋਲਿਸੀ ਕਿੱਥੇ ਹੈ, ਐਗਰੀਕਲਚਰ ਅਤੇ ਇੰਡਸਟਰੀ ਦੀ ਪੋਲਿਸੀ ਕਿੱਥੇ ਹੈ, ਕਿਸੇ ਨੂੰ ਨਹੀਂ ਪਤਾ। ਕਈ ਵਾਰ ਕਿਹਾ ਜਾਂਦਾ ਕਿ ਬਾਈ ਪ੍ਰੋਕਸੀ ਵੀ ਚੱਲਦਾ ਹੈ। ਕੁਝ ਰਾਜ ਪਾਠ ਚਲਾਉਣ ਵਾਲੇ ਕੁਝ ਹੋਰ ਹੁੰਦੇ ਨੇ, ਜਿਹੜੇ ਅੱਗੇ ਆਏ ਹੁੰਦੇ ਨੇ ਉਹ ਤਾਂ ਆਪਣੀ ਆਰਾਮ ਪ੍ਰਸਤੀ ਜਾਂ ਕਹਿ ਲਓ ਕਿ ਐਸ਼ ਪ੍ਰਸਤੀ ਦੇ ਵਿੱਚ ਰਹਿੰਦੇ ਨੇ, ਕਿਉਂਕਿ ਸਰਕਾਰੀ ਖਜ਼ਾਨਾ ਖੁੱਲ੍ਹਾ ਹੈ, ਸਰਕਾਰੀ ਖਜ਼ਾਨੇ 'ਚੋਂ ਪੈਸਾ ਲਿੱਤਾ ਜਾਂਦਾ ਹੈ ਅਤੇ ਆਪਣੀ ਮੌਜ ਮਸਤੀ ਕੀਤੀ ਜਾਂਦੀ। ਆਪਣੇ 'ਚ ਮਸਤ ਨੇ, ਜੋ ਹੁੰਦਾ ਲੋਕਾਂ ਦਾ ਠੀਕ ਹੈ, ਗੱਲਾਂ ਕਰ ਲਈਆਂ। ਇਹ ਮਾਹਿਰ ਮੰਨਦੇ ਨੇ ਕਿਉਂਕਿ ਐਕਸਪਰਟਸ ਨੇ, ਔਰ ਐਕਸਪਰਟਸ ਹਮੇਸ਼ਾ ਐਨਾਲਿਸਿਸ ਕਰਦੇ ਨੇ। ਬਾਕੀ ਰਿਹਾ ਅਸੀਂ ਧਰਮ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਪੰਜਾਬ ਗੁਰੂਆਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਗੁਰੂਆਂ ਦੀ ਪਹਿਚਾਣ ਹੈ ਪੰਜਾਬ। ਸੋ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅਸੀਂ ਗੱਲ ਕਰਾਂਗੇ ਹੋਰ ਵੀ ਧਾਰਮਿਕ ਆਗੂਆਂ ਦੀ, ਧਾਰਮਿਕ ਖੇਤਰਾਂ ਦੀ ਜੋ ਪੰਜਾਬ ਦੇ ਵਿੱਚ ਸਰਗਰਮ ਨੇ। ਉੱਥੇ ਵੀ ਦੇਖਿਆ ਗਿਆ ਕਿ ਉਸ ਦਾ ਵੀ ਰਾਜਨੀਤੀਕਰਨ ਕਰ ਦਿੱਤਾ ਗਿਆ। ਧਾਰਮਿਕ ਆਗੂ ਕਿਤੇ ਦਿਖਦੇ ਨਹੀਂ, ਜੇ ਥੋੜ੍ਹੇ ਬਹੁਤ ਹੈਗੇ ਨੇ ਤਾਂ ਉਹਨਾਂ ਨੂੰ ਉਹ ਰਿਸਪੈਕਟ, ਉਹ ਮਾਨਤਾ ਨਹੀਂ ਮਿਲਦੀ। ਗੱਲਾਂ 'ਚ ਜ਼ਰੂਰ ਹੈ, ਪਰ ਜੋ ਉਹ ਕਹਿੰਦੇ ਨੇ ਉਹਦੇ ਮੁਤਾਬਿਕ ਕਰਨਾ ਉਹ ਨਹੀਂ ਕੀਤਾ ਜਾਂਦਾ। ਉੱਥੇ ਵੀ ਸਿਆਸੀਕਰਨ ਹੋ ਗਿਆ, ਉੱਥੇ ਵੀ ਸਿਆਸੀ ਲੋਕਾਂ ਨੂੰ ਥਾਪੜਾ ਮਿਲਦਾ ਰਿਹਾ। ਯਾਨੀ ਕਿ ਧਰਮ ਦਾ ਅਸੀਂ ਸਿਆਸੀਕਰਨ ਕਰ ਦਿੱਤਾ ਅਤੇ ਸਿਆਸਤ ਦਾ ਅਸੀਂ ਵਪਾਰੀਕਰਨ ਕਰ ਦਿੱਤਾ ਕਿ ਜਾਂ ਤਾਂ ਤੁਸੀਂ ਵਪਾਰ ਕਰ ਲਵੋ ਸਿਆਸਤ 'ਚ ਆ ਕੇ, ਅਤੇ ਜਾਂ ਫਿਰ ਸਿਦਕ ਨਾਲ ਸੇਵਾ ਕਰ ਲਵੋ। ਸਿਦਕ ਨਾਲ ਸੇਵਾ ਨਹੀਂ ਕੀਤੀ ਗਈ, ਵਪਾਰ ਕੀਤਾ ਗਿਆ ਔਰ ਆਪਣੀ ਦੌਲਤਾਂ ਦੇ ਅੰਬਾਰ ਲਗਾਏ ਗਏ, ਆਪਣੇ ਪਰਿਵਾਰ ਨੂੰ ਅੱਗੇ ਵਧਾਇਆ ਗਿਆ, ਪਰਿਵਾਰਵਾਦ ਦੀ ਗੱਲ ਹੋਈ। ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਅਤੇ ਲੋਕਾਂ ਦੇ ਅੰਦਰ ਫਿਰ ਧਾਰਮਿਕ ਭੁੱਖ ਤਾਂ ਹੁੰਦੀ ਹੈ ਨਾ, ਕਿਉਂਕਿ ਅਸੀਂ ਗੁਰੂਆਂ ਦੇ ਨਾਂ 'ਤੇ ਚੱਲਦੇ ਹਾਂ। ਲੋਕਾਂ ਦੇ ਅੰਦਰ ਰੂਹਾਨੀ ਭੁੱਖ ਤਾਂ ਹੁੰਦੀ ਹੈ। ਫਿਰ ਲੋਕੀ ਡੇਰਿਆਂ ਵੱਲ ਵਧਣੇ ਸ਼ੁਰੂ ਹੋਏ, ਸੰਤਾਂ ਸਾਧੂਆਂ ਕੋਲ ਜਾਣਾ ਸ਼ੁਰੂ ਹੋਏ। ਠੀਕ ਹੈ, ਉਹ ਵੀ ਇੱਕ ਬਹੁਤ ਵਧੀਆ ਗੱਲ ਹੈ ਕਿ ਲੋਕੀ ਆਪਣੀ ਅੰਦਰ ਦੀ ਜੋ ਭੁੱਖ ਹੈ ਰੂਹਾਨੀਅਤ ਦੀ, ਉਸ ਨੂੰ ਉਹ ਸ਼ਾਂਤ ਕਰਦੇ ਨੇ। ਪਰ ਇਹ ਧਰਮ ਕਿੱਥੇ ਖੜਾ, ਧਰਮ ਦਾ ਰਾਜਨੀਤੀਕਰਨ ਕਿਉਂ ਹੋ ਕੀਤਾ ਗਿਆ, ਇਹ ਸਭ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਪੰਜਾਬ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸੋ ਇੱਕ ਇਮਾਨਦਾਰੀ ਨਾਲ ਕੀ ਸਮੀਖਿਆ ਬਣਦੀ ਹੈ, ਔਰ ਕਿਹਾ ਜਾਂਦਾ ਹੈ ਕਿ 10 ਸਾਲ ਜੋ ਬਾਦਲ ਗਰੁੱਪ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਉੱਤੇ ਕਾਬਜ਼, ਉਹ 10 ਸਾਲ ਵੀ ਮੰਨਫੀ ਕਰ ਦਿਓ, ਅਤੇ 10 ਸਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵੀ ਮੰਨਫੀ ਕਰ ਦਿਓ। ਇਹ 20 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ, ਸਿਰਫ ਕਰਜ਼ਾ ਲੈ ਕੇ ਸਰਕਾਰ ਚੱਲਦੀ ਰਹੀ ਹੈ। ਸੋ ਇਹ ਸਭ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਇਹ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਇਹ ਕਿੱਦਾਂ ਲੈਣਾ, ਇਹ ਲੈਣਾ ਵੀ ਹੈ ਕਿ ਨਹੀਂ ਲੈਣਾ, ਕਿ ਅੱਜ ਵੀ ਅਸੀਂ ਉਵੇਂ ਹੀ ਕਰਜ਼ਾ ਲੈਣ ਦੀ ਫਿਰਾਕ ਦੇ ਵਿੱਚ ਹਾਂ ਅਤੇ ਕਰਜ਼ਾ ਲੈ ਕੇ ਸਰਕਾਰਾਂ ਚਲਾਉਣਾ ਚਾਹੁੰਦੇ ਹਾਂ। ਹੋਣਾ ਕੀ ਹੈ ਅਤੇ ਕੀ ਨਹੀਂ ਹੋਣਾ, ਇਸ ਬਾਰੇ ਇੱਕ ਸਮੀਖਿਆ ਕਰਨੀ ਬਣਦੀ ਹੈ ਇੱਕ ਇਮਾਨਦਾਰੀ ਨਾਲ। ਅਤੇ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਮਨਜੀਤ ਸਿੰਘ ਜੀ। ਵੈਲਕਮ ਟੂ ਪੰਜਾਬ ਚਰਚਾ ਮਨਜੀਤ ਜੀ। ਧੰਨਵਾਦ ਜੀ। ਸੋ ਇਹ ਜਿਹੜੀ ਮੈਂ ਸਾਰੀ ਭੂਮਿਕਾ ਬੰਨੀ ਹੈ, ਇਹਦੇ ਬਾਰੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਹਾਡਾ ਵਿਚਾਰ ਕੀ ਬਣਦਾ, ਫਿਰ ਉਸ ਤੋਂ ਬਾਅਦ ਅੱਗੇ ਤੁਰਦੇ ਹਾਂ। ਮਨਜੀਤ ਜੀ।
ਨਾ ਭੂਮਿਕਾ ਤੁਸੀਂ ਜ਼ਰੂਰ ਬੰਨੀ ਹੈਗੀ ਆ, ਨਾਲ ਕਈ ਬੜੀਆਂ ਭਾਰੀ ਹੈਵੀ ਸਟੇਟਮੈਂਟ ਤੇ ਜੱਜਮੈਂਟਲ ਗੱਲਾਂ ਵੀ ਕੀਤੀਆਂ, ਕੁਝ ਨਹੀਂ ਹੋਇਆ ਇਸ ਤਰੀਕੇ ਨਾਲ ਇਹ ਹੋ ਗਿਆ। ਉਹ ਕਾਫੀ ਤੁਹਾਡਾ ਇੱਕ ਆਪਣਾ ਵਿਊ ਪੁਆਇੰਟ ਤੁਸੀਂ ਬੜਾ ਫੋਰਸਫੁਲੀ ਰੱਖਿਆ ਹੈ। ਹੁਣ ਕਿਉਂਕਿ ਤੁਸੀਂ ਰੱਖਿਆ ਹੈ, ਮੈਨੂੰ ਵੀ ਆਪਣੇ ਢੰਗ ਨਾਲ ਉਹਦੇ ਤੇ ਕਮੈਂਟ ਕਰਨਾ ਬਣਦਾ। ਜੀ ਤੁਹਾਨੂੰ ਯਾਦ ਹੋਣਾ ਆ ਕਿ ਬਾਕੀ ਸੂਬਿਆਂ ਨਾਲੋਂ ਪੰਜਾਬ ਦੀ ਖੇਤੀ ਥੋੜੀ ਠੀਕ ਹੋਊਗੀ 60ਵਿਆਂ ਦੇ ਦਹਾਕੇ ਵਿੱਚ, ਪਰ ਜਦੋਂ ਨਕਸਲਾਈਟ ਮੂਵਮੈਂਟ, ਨਕਸਲਬਾੜੀ ਪਿੰਡ ਪੱਛਮੀ ਬੰਗਾਲ ਦਾ, ਉੱਥੋਂ ਚਾਰੂ ਮਾਜਮਦਾਰ ਉਹਨਾਂ ਨੇ ਗੁਹਾਰ ਲਾਈ। ਤੇ ਤੁਹਾਨੂੰ ਪਤਾ ਹਮੇਸ਼ਾ ਭਾਵੇਂ ਆਜ਼ਾਦੀ ਤੋਂ ਪਹਿਲਾਂ ਤੇ ਭਾਵੇਂ ਹੁਣ ਆਜ਼ਾਦੀ ਤੋਂ ਬਾਅਦ ਬੰਗਾਲ ਤੇ ਪੰਜਾਬ ਦੋਵੇਂ ਸਿਰਿਆਂ ਤੇ ਆ ਇਹ ਕਾਫੀ ਤੱਤ ਭਰ ਰਹਿੰਦੇ ਆ, ਇਨਕਲਾਬੀ ਬਿਰਤੀ ਦੇ ਆ, ਤੇ ਉਸ ਕਿਸਮ ਦੀ ਇਹਨਾਂ ਦੀ ਸੋਚ ਹੈਗੀ। ਉਹ ਉੱਥੋਂ ਮੂਵਮੈਂਟ ਵਿੱਚੋਂ ਸਾਰਾ ਇੰਡੀਆ ਛੱਡ ਕੇ ਉਹ ਸਿੱਧੀ ਪੰਜਾਬ ਚ ਆ ਕੇ ਟਿਕੀ ਬਾਈ ਏਅਰ। ਉਸੇ ਹੀ ਮੇਰਾ ਖਿਆਲ ਹੈਲੀਕਾਪਟਰ ਤੇ ਆ ਗਈ ਹੋਣੀ ਜਿਹਦੀ ਤੁਸੀਂ ਗੱਲ ਕਰਦੇ ਆ। ਆ ਕੇ ਤੇ ਇੱਥੇ ਉਹਨੇ ਜ਼ੋਰ ਫੜਨਾ ਸ਼ੁਰੂ ਕੀਤਾ 67 ਦੇ ਵਿੱਚ, 67 68 69 ਚ। ਅਮਰੀਕਾ ਨੂੰ ਪਤਾ ਲੱਗਾ ਕਿ ਕੰਮ ਇੱਥੇ ਜ਼ਿਆਦਾ ਗੜਬੜ ਹੋ ਸਕਦਾ ਆ, ਬੰਦੂਕਾਂ ਵਾਲੇ ਹੈਗੇ ਆ, ਇਨਕਲਾਬੀ ਹੈਗੇ ਆ, ਇਹਨਾਂ ਦੀ ਖੇਤੀ ਠੀਕ ਠਾਕ ਕਰ ਦਿਓ, ਇੱਥੇ ਹੀ ਬੈਠ ਜਾਣਗੇ, ਚੁੱਪ ਕਰ ਜਾਣਗੇ। ਤੇ ਅਕਾਲੀਆਂ ਦੀ ਸਰਕਾਰ ਸੀਗੀ, ਅਕਾਲੀਆਂ ਨੇ ਵੀ ਕਾਫੀ ਝੰਬੇ ਜਿਹੜੇ ਉਦੋਂ ਕੁਛ ਇਹੋ ਜਿਹੇ ਨਕਸਲਾਈਟ ਸੀਗੇ, ਬਾਬਾ ਬੂਜਾ ਸਿੰਘ, ਹੋਰ ਇਹ ਪਾਸ਼ ਉਹਨਾਂ ਦੇ ਕਵੀ ਸੀਗੇ, ਬਹੁਤ ਬੰਦੇ ਸੀਗੇ, ਮੈਂ ਕਾਫੀ ਨੂੰ ਜਾਣਦਾ। ਇੱਥੇ ਕੋਈ ਬਹੁਤਾ ਕੱਲੇ ਕੱਲੇ ਦਾ ਨਾਂ ਲੈਣ ਦੀ ਲੋੜ ਨਹੀਂ, ਪਰ 7-8 ਸਾਲ ਉਹਨਾਂ ਦਾ ਗਲਬਾ ਕਾਫੀ ਪੰਜਾਬ ਦੇ ਵਿੱਚ ਇੱਕ ਲੈਫਟ ਰੈਡੀਕਲ ਜਾਂ ਕਹਿ ਲਓ, ਜਾਂ ਉਹਨਾਂ ਨੂੰ ਅੱਤਵਾਦੀ, ਜੋ ਆਤੰਕਵਾਦੀ ਸਟੇਟ ਕਹਿੰਦੀ ਆ, ਉਸ ਕਿਸਮ ਦੇ ਸੀਗੇ, ਬੰਦੂਕਧਾਰੀ ਸੀਗੇ। ਉਹਨਾਂ ਨੂੰ ਰੋਕਣ ਲਈ ਹੀ PL 480, ਜਿਹੜੀ ਕਿ ਗ੍ਰੀਨ ਰੈਵੋਲੂਸ਼ਨ ਆਇਆ, ਐਗਰੀਕਲਚਰ ਯੂਨੀਵਰਸਿਟੀ, ਜੇ ਉਹ ਸਾਰਾ ਹਲਾ ਹੋ ਕੇ ਹਰਾ ਇਨਕਲਾਬ ਸ਼ੁਰੂ ਹੋ ਗਿਆ। ਜਿਉਂ ਹੀ ਉਹ ਖਤਮ ਹੁੰਦੀ ਹੈ 70ਵਿਆਂ ਦੇ ਵਿੱਚ, ਦੇ ਲੇਟ 70s ਦੇ ਵਿੱਚ, ਸਨ 72-73 ਵਿੱਚ, ਤੇ ਪੈਰਲਲ ਆਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਪੈ ਚੁੱਕਾ ਸੀ ਸਿੱਖਾਂ ਲਈ ਵੱਧ ਅਧਿਕਾਰਾਂ ਦਾ, ਹੋਰ ਦਾ। ਉਹ ਫਿਰ ਜ਼ੋਰ ਫੜਦਾ ਵਿੱਚੇ ਹੀ ਪਾਰਟੀਆਂ ਦੀਆਂ ਸ਼ਰਾਰਤਾਂ ਕਹਿ ਲਓ, ਜਾਂ ਸਾਨੂੰ ਹੀ ਜ਼ਿਆਦਾ ਖੁਰਕ ਹੁੰਦੀ ਆ ਕਦੀ ਕਦੀ ਕਿ ਕੁਛ ਨਾ ਕੁਛ ਆਪਾਂ ਉਹ ਤੜਕਾ ਐਕਸਟ੍ਰੀਮਿਜ਼ਮ ਦਾ ਲਾਉਣਾ। ਅਜੇ ਉਧਰੋਂ ਕੰਮ ਠੰਡ ਢੰਡੌਲਾ ਹੋਇਆ ਸੀ 5-7 ਸਾਲਾਂ ਚ, ਫਿਰ ਦੂਜੇ ਪਾਸੇ 80ਵਿਆਂ ਦੇ ਸ਼ੁਰੂ ਚ ਚੱਲ ਪਿਆ, ਤੇ 84 ਚ ਤੇ ਸਾਨੂੰ ਪਤਾ ਹੀ ਆ ਪ੍ਰਧਾਨ ਮੰਤਰੀ ਵੀ ਅਕਤੂਬਰ ਦੇ ਵਿੱਚ ਇੰਦਰਾ ਗਾਂਧੀ ਜੀ ਚਲੇ ਗਏ, ਤੇ ਇਹਦੇ ਨਾਲ ਸਾਡੇ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ, ਉਹ ਸਾਰਾ ਕੁਝ ਹੋਇਆ। ਜੀ ਹੁਣ ਉਹਨੂੰ ਤੁਸੀਂ ਡਿਕੇਟ ਜਿਹੜਾ ਚੱਲ ਪਿਆ 80ਵਿਆਂ ਵਾਲਾ, ਉਹਨੂੰ ਆਪਾਂ ਕਿਵੇਂ ਕਹੀਏ? ਉਹਦੇ ਚ ਤੇ ਕੋਈ ਇੱਥੇ ਇੰਨਾ ਹਲਿਆ ਲਿਆ ਸੀ, ਆਪਾਂ ਕਿਹਨੂੰ ਦੋਸ਼ ਦਈਏ? ਕੁਛ ਤੇ ਆਪਾਂ ਹੋਮ ਬ੍ਰੈਡ ਆਪ ਹੀ ਸਾਨੂੰ ਹੁੰਦਾ ਆ ਵੀ ਅਸੀਂ ਹਥਿਆਰਬੰਦ ਇਨਕਲਾਬ ਕਰਨਾ, ਜਾਂ ਹਥਿਆਰਬੰਦ ਅਸੀਂ ਕੇਂਦਰ ਨੂੰ, ਦਿੱਲੀ ਨੂੰ ਚਿੱਤ ਕਰਨਾ। ਅਸੀਂ, ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਸਿੰਬਲ ਆ ਜਿੱਥੋਂ ਅਸੀਂ ਇਹੋ ਜਿਹੀ ਸ਼ਕਤੀ ਤੇ ਸੋਚ ਨੂੰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਗੱਲ ਨਿਬੜੀ ਜਾ ਕੇ 92 ਚ, ਠੀਕ ਹੈ ਨਾ ਜੀ। 92 ਚ ਜਦੋਂ ਚੋਣਾਂ ਹੁੰਦੀਆਂ ਆ, ਤਾਂ ਉਦੋਂ ਅਕਾਲੀ ਦਲ ਨੂੰ ਕਿਸੇ ਨੇ ਪਤਾ ਨਹੀਂ ਕਿਹੋ ਜਿਹੀ ਪੁੱਠੀ ਸਿੱਧੀ ਸਲਾਹ ਦਿੱਤੀ ਕਿ ਤੁਸੀਂ ਤੇ ਚੋਣਾਂ ਨਾ ਲੜੋ, ਬੜਾ ਧੱਕੇ ਵਾਲੀ ਗੱਲ ਆ। ਤੇ ਜਿਹਨੂੰ 2-2, 4-4 ਹਜ਼ਾਰ ਵੋਟਾਂ ਵੀ ਪਈਆਂ, ਉਹ MLA ਬਣ ਗਏ। ਇਸ ਕਿਸਮ ਦਾ ਉਹ ਉਦੋਂ ਚੋਣਾਂ ਹੋਈਆਂ, ਬਿਆਨ ਸਿੰਘ ਦੀ ਸਰਕਾਰ ਉਦੋਂ ਬਾਅਦ, ਤੁਹਾਨੂੰ ਪਤਾ ਜਿਹੜਾ ਜੋ ਵੀ ਹੋਇਆ। ਇਸ ਨੂੰ ਆਪਾਂ, ਜੇ ਇਹ ਇੱਕ ਕਿਸਮ ਦੀ ਕਾਫੀ ਤੁਸੀਂ 2 ਹੀ ਦਹਾਕੇ ਸਮਝ ਲਓ ਕਿ ਉਹ ਤੇ ਇੰਜ ਹੀ ਲੰਘ ਗਏ। ਜਦੋਂ ਬਾਅਦ ਵਿੱਚ ਸਟੇਬਲ ਸਰਕਾਰ ਆਉਂਦੀ ਹੈ, ਇੱਕ ਵਾਰੀ ਤੇ ਚਲੋ ਅਕਾਲੀ ਦਲ ਤੇ BSP ਦਾ ਜਿਵੇਂ ਹੁਣ ਆ, ਉਦੋਂ ਵੀ ਇੱਕ ਜੱਫਾ ਪੈ ਗਿਆ ਆਪਸ ਵਿੱਚ, ਠੀਕ ਠਾਕ ਹੋ ਗਿਆ, ਪਿਆਰ ਪੈ ਗਿਆ। ਪਰ ਜਦੋਂ BJP ਦੇ ਨਾਲ ਜਮਾ ਘਟਾ ਹੋਇਆ ਕਿ ਆਪਾਂ ਨੇ, ਹਿੰਦੂ ਬਹੁਤ ਪੀੜਤ ਹੋ ਗਿਆ, ਇਹਨਾਂ ਦੇ ਨਾਲ ਰਲ ਕੇ ਸਿੱਖਾਂ ਨੂੰ ਇੱਕ ਭਰੋਸਾ ਜਿੱਤਣਾ ਚਾਹੀਦਾ। ਮੈਨੂੰ ਲੱਗਦਾ ਜੇ ਸ਼ੁਰੂ ਚ ਕਿਸੇ ਕਿਸਮ ਦਾ ਸਮਝੌਤਾ ਸੀ ਤੇ ਕੋਈ ਏਡੀ ਮਾੜੀ ਗੱਲ ਵੀ ਨਹੀਂ ਸੀ। ਇਹ ਸੱਚੀ ਗੱਲ ਸੀ ਕਿ ਬੇਭਰੋਸਗੀ, ਡਰ, ਸਹਿਮ ਹਿੰਦੂ ਬਰਾਦਰੀ ਦੇ ਵਿੱਚ ਬਹੁਤ ਜ਼ਿਆਦਾ ਸੀ। ਬਹੁਤ ਸਾਰੇ ਛੱਡ ਕੇ ਚਲੇ ਗਏ ਸੀ, ਉਹਨਾਂ ਨੂੰ ਵਾਪਸ ਲਿਆਉਣਾ ਸੂਬੇ ਦੇ ਵਿੱਚ ਜ਼ਰੂਰੀ ਸੀ ਕਿ ਨਹੀਂ ਅਸੀਂ ਇਕੱਠੇ ਹਾਂ, ਅਸੀਂ ਭਰਾ ਹਾਂ। ਛੱਡ ਕੇ ਜਿਹੜੇ ਕਾਰੋਬਾਰੀ ਸੀ, ਮੈਂ ਬਰਵਾਲੇ ਚ ਜਾਣਦਾ, ਹਰਿਆਣੇ ਚ ਪੰਚਕੂਲੇ ਦੇ ਨੇੜੇ ਇੰਨੇ ਪੋਲਟਰੀ ਫਾਰਮ ਆ, ਪਤਾ ਨਹੀਂ ਸੈਂਕੜੇ ਪੋਲਟਰੀ ਫਾਰਮ, ਮੇਰਾ ਖਿਆਲ ਏਸ਼ੀਆ ਦਾ ਬਿਗੇਸਟ ਐਗ ਪ੍ਰੋਡਕਸ਼ਨ ਦਾ ਸੈਂਟਰ ਹੈ। ਉਹ ਇੱਥੋਂ ਹੀ ਆਏ ਸਾਰੇ ਛੱਡ ਕੇ, ਕੁਝ ਅੰਮ੍ਰਿਤਸਰ ਤੋਂ ਆ ਗਏ, ਭੱਜ ਗਏ ਸਾਰੇ ਲੋਕ।
ਕੁਝ ਪਿੰਡਾਂ ਤੋਂ ਸ਼ਹਿਰਾਂ ਤੇ ਆ ਗਏ, ਮਤਲਬ ਡਰ ਦੇ ਮਾਰੇ ਪਿੰਡਾਂ 'ਚੋਂ ਸੇਫ ਨਹੀਂ ਸੀ ਮਹਿਸੂਸ ਕਰਦੇ, ਜੋ ਜੰਮੂ ਕਸ਼ਮੀਰ ਦਾ ਹਾਲ ਪੰਡਤਾਂ ਪ੍ਰਤੀ ਅੱਜ ਕੱਲ੍ਹ ਦਿਖਦਾ ਤੁਹਾਨੂੰ। ਉਹ ਕੋਈ ਨਾ ਕੋਈ ਦਬਕਾ ਮਾਰ ਹੀ ਛੱਡਦੇ ਆ ਕਿਸੇ ਨਾ ਕਿਸੇ ਨੂੰ। ਇਹ ਜਿਹੜੇ ਹਾਲਾਤ ਸੀ ਉਹਨੂੰ ਦੁਬਾਰਾ ਇੱਕ ਬੇਭਰੋਸਗੀ ਨੂੰ ਭਰੋਸਗੀ 'ਚ ਬਦਲਣ ਲਈ ਸ਼ੁਰੂ 'ਚ ਤੇ ਕੋਈ ਏਡੀ ਵੱਡੀ ਮੈਨੂੰ ਲੱਗਦਾ ਕੁਤਾਹੀ ਰਾਜਨੀਤਿਕ ਨਹੀਂ ਸੀ। ਜਿਹੜੀ ਗਲਤੀ ਕੀਤੀ ਬਾਦਲ ਸਾਹਿਬ, ਵੱਡੇ ਬਾਦਲ ਜਾਂ ਉਹਨਾਂ ਨੂੰ ਲੱਗਾ ਕਿ ਆਹ ਤੇ ਕੰਮ ਹੀ ਬੜਾ ਸੌਖਾ, ਭਈ ਜਾਣੀ ਹਿੰਦੂ ਵੀ ਤੁਹਾਡੇ ਨਾਲ ਆ, ਸਿੱਖ ਤੁਹਾਡੇ ਪੰਥਕ ਤੁਸੀਂ ਪਾਰਟੀ ਪਹਿਲਾਂ ਹੀ ਆ, ਕੰਮ ਤੇ ਸੱਤਾ 'ਚ ਹੀ ਆਉਣ ਦਾ ਨਾ, ਬਾਕੀ ਕੁਛ ਆਪਣਾ ਕਰੀ ਜਾਓ, ਕੁਛ ਜਨਤਾ ਦਾ ਕਰੀ ਜਾਓ। ਮੈਂ ਇਸ ਗੱਲ ਨੂੰ ਨਹੀਂ ਮੰਨਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਕੋਈ ਵਿਕਾਸ ਨਹੀਂ ਹੋਇਆ, ਨਾ ਇਹ ਨਹੀਂ ਹੈ ਗੱਲ, ਹੋਇਆ। ਖਾਸ ਕਰ ਤੁਹਾਨੂੰ ਮੈਂ ਅਕਾਲੀਆਂ ਦੇ ਜਿਹੜੇ 10 ਸਾਲ ਆ ਉਹਦੇ ਬਾਰੇ ਇਹ ਉਹਨਾਂ ਦੀ ਵਿਰੋਧਤਾ ਨਹੀਂ ਹੋਈ ਵੀ ਉਹਨਾਂ ਨੇ ਪੰਜਾਬ ਲਈ ਕੁਛ ਨਹੀਂ ਕੀਤਾ, ਆਪਣਾ ਵੀ ਕੀਤਾ, ਆਪਣੀ ਟਰਾਂਸਪੋਰਟ ਕੀਤੀ, ਜੇ ਕੀਤਾ ਉਹ ਕੀਤਾ, ਰੇਤਾ ਬਜਰੀ ਦੀ ਵੀ ਲੁੱਟ ਖਸੁੱਟ ਹੋਈ, ਸਾਰਾ ਉਹ ਮਾਫੀਆ ਜੇ ਡਰੱਗ ਸਾਰਾ ਫੈਲਿਆ, ਇਹ ਸਾਰਾ ਕੁਝ ਹੋਇਆ ਉਹਨਾਂ ਸਮਿਆਂ 'ਚ ਹੀ ਹੋਇਆ, ਇੱਕ ਦਿਨ ਨਹੀਂ ਹੋਇਆ, ਲਗਾਤਾਰ ਹੁੰਦਾ ਰਿਹਾ। ਉਹਦੇ ਤੇ ਸੀਰੀਅਸਲੀ ਨਹੀਂ ਲਿਆ, ਇਹ ਗੱਲਾਂ ਤੇ ਠੀਕ ਹੈ, ਨਾ ਕਾਂਗਰਸ ਨੇ ਲਿਆ, ਅਕਾਲੀ ਦਲ ਨੇ ਲਿਆ, ਉਹਦਾ ਰਿਜ਼ਲਟ ਹੀ ਤੇ ਆ ਝਾੜੂ ਵਾਲੇ ਆਏ ਨਾ 42% ਵੋਟਾਂ ਨਾਲ, 92 MLA ਤਾਂ ਹੀ ਤੇ ਆਏ, ਲੋਕੀ ਰਿਐਕਟ ਕੀਤੇ ਆ। ਦੂਸਰਾ ਕਿਸਾਨਾਂ ਨੇ ਵੀ ਝਾੜੂ ਵਾਲਿਆਂ ਨੂੰ ਬਹੁਤ ਮਦਦ ਕਰਤੀ, ਆਪਣੇ ਇਸ ਕਰਕੇ ਨਹੀਂ ਕਿ ਸਿੱਧੇ ਤੌਰ ਤੇ, ਪਰ ਉਹਨਾਂ ਨੇ ਜੋ ਮਾਹੌਲ ਪੈਦਾ ਕੀਤਾ ਉਹ ਸਾਰੇ ਦਾ ਸਾਰੇ ਮਾਹੌਲ ਨੂੰ ਇਨਕੈਸ਼ ਆਮ ਆਦਮੀ ਪਾਰਟੀ ਨੇ ਕੀਤਾ। ਪਰ ਮੈਂ ਪਹਿਲੀ ਗੱਲ ਤੇ ਦੁਬਾਰਾ ਆਵਾਂ ਕਿ ਦੇਖੋ ਸੜਕਾਂ ਦਾ ਨੈਟਵਰਕ, ਜੇ ਉਹ ਮੰਡੀਕਰਨ ਹੋਇਆ ਸਾਡਾ, ਵੱਡੇ ਬਾਕੀ ਸੂਬਿਆਂ ਨਾਲੋਂ ਸਾਡਾ ਖੇਤੀ ਦੀ ਹਾਲਤ, ਮੰਡੀਆਂ ਦਾ, ਪਿੰਡਾਂ ਦੀਆਂ ਸੜਕਾਂ ਦਾ, ਜਾ ਕੇ ਆਪਾਂ ਜਦੋਂ ਦੂਜੇ ਸੂਬਿਆਂ 'ਚ ਦੇਖੋਗੇ ਤੇ ਪੰਜਾਬ ਦਾ ਇੱਕ ਅਲੱਗ ਤੌਰ ਤੇ ਫਰਕ ਦਾ ਪਤਾ ਲੱਗੂ। ਇਸ ਗੱਲ ਦੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਸ ਸਪੀਡ ਨਾਲ ਅੱਗੇ ਵਧਣਾ ਚਾਹੀਦਾ ਸੀ ਤੇ ਜੋ ਪੰਜਾਬ ਦੀਆਂ ਲੋੜਾਂ ਸੀ, ਜਿੰਨਾ ਇੱਥੇ ਪੈਸਾ ਹਰੇ ਇਨਕਲਾਬ ਕਰਕੇ ਪੈਦਾ ਹੋਇਆ, ਉਸ ਨੂੰ ਸਿੱਧੇ ਢੰਗ ਨਾਲ ਪ੍ਰੋਡਕਟਿਵਲੀ ਵਰਤਣਾ, ਗਾਂ ਲੰਬੀ ਸੋਚ ਦੇ ਨਾਲ ਚੱਲਣਾ, ਉਹ ਨਾ ਤੇ ਸਾਡੇ ਕਿਸਾਨ ਵੀਰਾਂ ਨੂੰ ਪਤਾ ਲੱਗਾ ਤੇ ਨਾ ਹੀ ਜਿਹੜੇ ਇੱਥੇ ਦੀਆਂ ਸਰਕਾਰਾਂ ਸੀ ਉਹਨਾਂ ਨੇ ਉਹਨਾਂ ਨੂੰ ਸਾਂਭਿਆ ਸੰਭਾਲਿਆ। ਕੁਛ ਤੇ ਹਾਲਾਤਾਂ ਕਰਕੇ, ਜਿਵੇਂ ਮੈਂ ਤੁਹਾਨੂੰ ਐਕਸਪਲੇਨ ਕਰ ਦਿੱਤਾ, ਦੋ ਐਕਸਟ੍ਰੀਮਿਸਟ ਵੱਡੀਆਂ ਮੂਵਮੈਂਟਾਂ ਇੱਥੇ ਹੋਈਆਂ, ਉਹਨਾਂ ਕਰਕੇ ਕੇਂਦਰ ਦੇ ਸ਼ਿਕਾਰ ਹੋ ਗਏ ਜਾਂ ਕਿਹਦੇ ਸ਼ਿਕਾਰ ਹੋ ਗਏ, ਆਪਾਂ ਬਾਰ-ਬਾਰ ਸ਼ਿਕਾਰ ਹੀ ਹੁੰਦੇ ਰਹਿੰਦੇ ਹਾਂ। ਸ਼ਿਕਾਰੀ ਬੜੇ ਸਾਨੂੰ ਮਿਲ ਜਾਂਦੇ ਇਧਰੋਂ ਉਧਰੋਂ ਤੇ ਸਾਨੂੰ ਸ਼ਿਕਾਰ ਬਣਨ ਦਾ ਹੀ ਸ਼ੌਕ ਰਹਿੰਦਾ। ਇਸੇ ਕਰਕੇ ਸੋਚਣ ਦਾ ਵੇਲਾ ਆ ਗਿਆ ਕਿ ਆਪਾਂ ਆਪਣੇ ਬਾਰ-ਬਾਰ ਕੁਰਬਾਨੀਆਂ, ਸ਼ਹੀਦੀਆਂ, ਸ਼ਹਾਦਤਾਂ ਸਿਰ ਲਵਾ ਦਿਓ, ਆਪਾਂ ਇਸੇ ਕੰਮ ਲਈ ਪੈਦਾ ਹੋਏ ਹਾਂ। ਅਸੀਂ ਪੈਦਾ ਹੋਏ ਹਾਂ ਇੱਕ ਚੰਗੇ ਕਾਰਜ ਲਈ। ਇਸ ਸੋਚ ਨੂੰ, ਇਸ ਫਲਸਫੇ ਨੂੰ ਜਿਹੜਾ ਪੰਜਾਬ ਦਾ ਹੈ, ਸਭੇ ਸਾਂਝੀ ਵਾਲ ਸਦਾਨ ਕੋਈ ਨਾ ਦੇਸ਼ੇ ਬਾਹਰਾ ਜੀਓ, ਇਹ ਜਿਹੜਾ ਫਲਸਫਾ, ਇਹਨੂੰ ਤੇ ਅੱਗੇ ਤੋਰਨ ਵਾਲੀ ਗੱਲ। ਤੇ ਜੇ ਅਸੀਂ ਇੱਥੇ ਆਪਣੀ ਡਿਫੈਂਸਿਵ ਜੀ ਲੜਾਈ ਮਰਾਉਣ ਵਾਲੀ ਚੱਲਦੀ ਰਹੂਗੀ ਤੇ ਆਪਾਂ ਅੱਗੇ ਨਹੀਂ ਤੁਰ ਸਕਦੇ। ਮੈਂ ਇਨ ਬਰੀਫ ਇਹੀ ਕਹਿਣਾ ਚਾਹੁੰਦਾ, ਹੋਇਆ ਬਹੁਤ ਕੁਝ, ਗਲਤ ਗੱਲਾਂ ਵੀ ਹੋਈਆਂ, ਇਹ ਨਹੀਂ ਕਹਿੰਦੇ ਬਿਲਕੁਲ ਕੁਛ ਨਹੀਂ ਹੋਇਆ। ਜਦੋਂ ਅਕਾਲੀਆਂ ਨੂੰ ਅੱਜ ਵੀ ਜੋ ਲੋਕ ਮੂੰਹ ਨਹੀਂ ਲਾਉਂਦੇ ਜਾਂ ਅਕਾਲੀਆਂ ਨੂੰ ਛੇਕਿਆ, ਉਹ ਦੋ ਕਾਰਨ ਸੀ। ਇੱਕ ਤੇ ਬਰਗਾੜੀ ਵਾਲਾ ਹੋਇਆ, ਜੋ ਧਰਮ ਦੇ ਨਾਂ ਤੇ ਬੜੇ ਲੋਕਾਂ ਦੇ ਸੈਂਟੀਮੈਂਟ ਹਰਟ ਹੋਏ, ਤੇ ਇੱਕ ਅਕਰੋਸ ਸਾਰੀ ਗੱਲ ਚਲੇਗੀ, ਲਾਲਾ ਜੋ ਸੀ ਉਹ ਪ੍ਰਚਾਰ ਜਿਹੜਾ ਵਿਰੋਧੀਆਂ ਦਾ ਸੀ ਉਹਨਾਂ ਨੂੰ ਚਿਪਕ ਗਿਆ, ਉਹ ਅਜੇ ਵੀ ਲੱਥਣਾ ਔਖਾ ਹੋ ਗਿਆ। ਧਾਰਮਿਕ ਮੁੱਦਾ ਸੀ, ਵੱਡੀ ਚੱਬੇ 'ਚ ਰੈਲੀ ਹੋਈ, ਅਸੀਂ ਉੱਥੇ ਦੇਖੀ ਸੀ, ਉਸ ਕਿਸਮ ਦਾ ਮਾਹੌਲ ਉਹਨਾਂ ਵਿਰੁੱਧ ਬਣਿਆ। ਦੂਸਰਾ ਇਹਨਾਂ ਦੀ ਦਾਦਾਗਿਰੀ ਦਾ ਹੋ ਗਿਆ ਕਿ ਇਹ ਜੀ ਸੁਣਦੇ ਨਹੀਂ ਹੈ, ਆਪਣੇ ਆਪ ਨੂੰ ਫੰਨੇ ਖਾਂ ਸਮਝਣ ਲੱਗ ਗਏ ਆ। ਤੇ ਅਕਾਲੀ ਦੇ ਵਿੱਚ ਇਹ ਆ ਕਿ ਉਹਨਾਂ ਨੂੰ ਇੰਝ ਲੱਗਦਾ ਵੀ ਲੋਕਾਂ ਦਾ ਕੀ ਵੋਟ ਤੇ ਅਸੀਂ ਸਿੱਖ ਗਏ ਆ ਕਿਵੇਂ ਲਈਦੀ ਆ। ਉਹ ਉਸ ਕਿਸਮ ਦੀ ਦਾਦਾਗਿਰੀ ਜਿਹੜੀ ਵਧੀ ਉਹਨਾਂ ਦੀ, ਆਮ ਲੋਕਾਂ ਦੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਤੇ ਠੀਕ ਸੀ, ਖਾਸ ਕਰ ਸੈਕੰਡ ਟਰਮ ਦੇ ਵਿੱਚ ਜਿਹੜੀ ਦਾਦਾਗਿਰੀ ਵਧੀ, ਜਦੋਂ ਯੰਗਰ ਜਨਰੇਸ਼ਨ ਦਾ ਸੱਤਾ ਦੇ ਵਿੱਚ ਹੱਥ ਲੱਗਾ, ਪ੍ਰਕਾਸ਼ ਸਿੰਘ ਬਾਦਲ ਹੁਣੀ ਉਨੇ ਇਫੈਕਟਿਵ ਨਹੀਂ ਰਹੇ, ਉਹਦੇ ਕਰਕੇ ਲੋਕਾਂ ਦਾ ਗੁੱਸਾ ਇਹ ਦੋ ਕਾਰਨਾਂ ਕਰਕੇ ਬਹੁਤ ਵਧਿਆ, ਜਿਹਦੇ ਕਰਕੇ ਉਹਨਾਂ ਨੇ ਧੜਮ ਥੱਲੇ ਸੁੱਟਿਆ। ਉਹ ਅਜੇ ਤੱਕ ਉਹਦੇ ਤੋਂ ਹੋਸ਼ 'ਚ ਆਉਣਾ ਮੁਸ਼ਕਲ ਹੋਇਆ। ਕਾਂਗਰਸ ਦਾ ਇੱਕ ਰੂਟੀਨ ਪੁਰਾਣਾ ਢੰਗ ਹੈਗਾ, ਰਾਜੇ ਨੂੰ ਫੜ ਲਿਆ ਉਹਨੇ ਆਪਣਾ ਹੀ। ਤੁਸੀਂ ਜਿਵੇਂ ਮੈਨੂੰ ਪੁੱਛੇ ਰਹੇ ਸੀ ਵੀ ਉਹਨਾਂ ਦੇ ਫਰੈਂਡ ਦਾ ਨਾਂ ਕੀ ਸੀ, ਉਹ ਤੇ ਮੇਰਾ ਖਿਆਲ ਜੱਗ ਜਾ ਰਿਹਾ, ਸਾਰੇ ਪਾਕਿਸਤਾਨ ਨੂੰ ਪਤਾ ਹੋਣਾ, ਸਾਰੇ ਪੰਜਾਬ ਨੂੰ, ਇੰਡੀਆ ਨੂੰ ਵੱਡੇ ਪੱਧਰ ਤੇ ਪਤਾ, ਉਹ ਕਿਹੜੇ ਕਿਤੇ ਲੁਕੀ ਲਕਾਈ ਖੇਲ ਖੇਲਦੇ ਆ, ਹੈਨਾ। ਉਹ
ਰਾਜੇ ਮਹਾਰਾਜੇ ਤੇ ਤੁਹਾਨੂੰ ਪਤਾ ਹੀ ਆ, ਉਹਨਾਂ ਦੇ ਜਿਹੜੇ ਵੱਡੇ ਵਡੇਰੇ ਸੀ ਉਹ ਕਹਿੰਦੇ ਪਤਾ ਨਹੀਂ ਸੈਂਕੜਿਆਂ ਚ ਰਾਣੀਆਂ ਸੀਗੀਆਂ। ਹਾਂ, ਤੇ ਉਹ ਤੇ ਚੱਲਦਾ ਪਟਿਆਲੇ ਵਾਲਿਆਂ ਦਾ, ਤੇ ਇਸ ਕਿਸਮ ਦਾ ਉਹ ਇੱਕ ਐਕਸੈਪਟਡ ਜਿਹਾ ਕਲਚਰ ਆ। ਸਾਡੇ ਲਈ ਮਿਆਰ ਹੋ ਰਿਹਾ, ਰਾਜਿਆਂ ਲਈ ਮਿਆਰ ਹੋਰ। ਉਹਨੂੰ ਸੱਤਾ ਫੜਾਤੀ ਉਹਨੇ, ਮੈਨੂੰ ਲੱਗਦਾ ਕੋਈ ਆ ਜਿਹੜੀ ਹੁਣ ਵਾਲੀ ਟਰਮ ਆ, ਕੋਈ ਬਹੁਤਾ ਕੀਤਾ ਕੁੱਤਾ ਨਹੀਂ। ਉਹ ਆਪਣੇ ਹੀ ਬਸ ਘਰ ਘੁਰ ਬਣਾਏ, ਜਾਂ ਜਿਹੜੇ ਨਾਲ ਦੇ ਸੀ ਉਹਨਾਂ ਨੇ ਆਪਣਾ ਕੰਮ ਕਾਫੀ ਵੱਡੇ ਪੱਧਰ ਤੇ ਮਜ਼ਬੂਤ ਕਰ ਲਿਆ, ਤੇ ਪੰਜਾਬ ਨੂੰ ਨਹੀਂ ਸਾਂਭਿਆ, ਜਿਹਦੇ ਕਰਕੇ ਉਹਨਾਂ ਨੂੰ ਕੁਰਸੀ ਵੀ ਗਵਾਉਣੀ ਪਈ। ਹੁਣ ਮੈਂ ਓਵਰਆਲ ਮੇਰਾ ਇੰਪ੍ਰੈਸ਼ਨ ਇਹ ਹੈਗਾ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਤੇ ਗੁੱਸੇ ਵਿੱਚ ਨਕਾਰਿਆ, ਕਿ ਉਹ ਇਹ ਨਹੀਂ ਕਿ ਉਹਨਾਂ ਨੇ ਕੀਤਾ ਕੁਛ ਨਹੀਂ, ਪਰ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਉਹਨਾਂ ਨੇ ਨਹੀਂ ਕੀਤਾ, ਜਾਂ ਜੋ ਲੋਕਾਂ ਦੀਆਂ ਉਹਨਾਂ ਤੋਂ ਉਮੀਦਾਂ ਸੀ ਕਿ ਰਾਜਨੀਤੀ ਸੇਵਾ ਹੈ, ਮੇਵਾ ਨਹੀਂ ਹੈਗੀ। ਤੇ ਜਦੋਂ ਇਹ ਲੋਕਾਂ ਨੂੰ ਪਤਾ ਲੱਗ ਗਿਆ ਇੱਥੇ ਦੇ ਮੇਵੇ ਹੀ ਜ਼ਿਆਦਾ ਦੇਖਦੇ ਆ, ਸੇਵਾ ਨਹੀਂ ਦੇਖਦੀ, ਉਹਨਾਂ ਨੇ ਆਪਣੀ ਜਿਹੜੀ ਇਨਕਲਾਬੀ ਬਿਰਤੀ ਹਮੇਸ਼ਾ ਦਿਖਾਈ ਆ, ਉਸ ਨੂੰ ਆਮ ਆਦਮੀ ਪਾਰਟੀ ਦੇ ਪਾਲੇ ਪਾ ਦਿੱਤਾ। ਹੁਣ ਆਮ ਆਦਮੀ ਪਾਰਟੀ ਨੂੰ ਸਾਹਮਣਾ, ਇਸ એનર્ਜੀ ਨੂੰ, ਸ਼ਕਤੀ ਨੂੰ, ਜਿਹੜੀ ਸ਼ੇਰ ਦੀ ਸਵਾਰੀ ਕੀਤੀ ਆ, ਉਹ ਵੀ ਡਰੀ ਜਾਂਦੇ ਆ, ਉੱਤੇ ਬੜਾ ਔਖਾ ਆ ਜਿਹੜੀ ਸ਼ੇਰ ਨੂੰ ਕੰਟਰੋਲ ਕਰਨਾ, ਇਹ ਚਿੰਤਾ ਬਣੀ ਹੋਈ। ਜੀ ਮਨਜੀਤ ਜੀ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਬਿਲਕੁਲ ਸੁਣ ਰਿਹਾ, ਔਰ ਜੋ ਸਾਡੇ ਪੋਲੀਟੀਕਲ ਐਕਸਪਰਟਸ ਬੈਠੇ ਨੇ, ਮਾਰਕੀਟ ਹੀ ਹੈ, ਮਾਰਕੀਟ ਦੇ ਵਿੱਚ ਬੈਠੇ ਨੇ, ਸਾਰੇ ਸਿਆਸੀ ਗਲਿਆਰਿਆਂ 'ਚ ਬੈਠੇ ਨੇ, ਉਹ ਜੋ ਐਨਾਲਿਸਿਸ ਕਰਦੇ ਨੇ, ਮੈਂ ਉਹੀ ਤੁਹਾਡੇ ਸਾਹਮਣੇ ਆਪਣੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਣਾ, ਔਰ ਤੁਸੀਂ ਉਹਨਾਂ ਦੇ ਵਿੱਚ ਜਿੱਥੇ ਜਿੱਥੇ ਸਹਿਮਤ ਹੋ ਤੇ ਜਿੱਥੇ ਜਿੱਥੇ ਉਹਨਾਂ ਦਾ ਤੋੜ ਦਿੰਦੇ ਹੋ, ਦੋਵੇਂ ਚੀਜ਼ਾਂ ਇੱਕ ਸੰਤੁਲਨ ਕਾਇਮ ਕਰਦੀਆਂ ਨੇ। ਆਪਾਂ ਅੱਗੇ ਵਧੀਏ। ਜੋ ਕਾਂਗਰਸ ਪਾਰਟੀ ਹੈ ਉਹ ਤਾਂ ਇੱਕ ਮਤਲਬ ਨੈਸ਼ਨਲ ਪਾਰਟੀ ਹੈ, ਬੀਜੇਪੀ ਨੈਸ਼ਨਲ ਪਾਰਟੀ ਹੈ। ਬਹੁਤ ਉਮੀਦਾਂ, ਬਹੁਤ ਆਸਾਂ ਸਾਨੂੰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਸਾਡੀ ਸੂਬੇ ਦੀ ਪਾਰਟੀ, ਖੇਤਰੀ ਪਾਰਟੀ। ਸੋ ਆਧਾਰ ਹਮੇਸ਼ਾ ਧਰਮ ਰਿਹਾ ਹੈ, ਕਿਉਂਕਿ ਜਿੱਥੋਂ ਤੋਂ ਚੱਲੀ ਹੈ ਇਹ ਪਾਰਟੀ, 100 ਸਾਲ ਤੋਂ ਪੁਰਾਣਾ ਇਤਿਹਾਸ ਲੈ ਕੇ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੁੰਦੇ ਹਾਂ ਆਪਾਂ, ਤਾਂ ਹਮੇਸ਼ਾ ਪੰਥ ਦੇ ਰਾਹ 'ਤੇ, ਧਰਮ ਦੇ ਰਾਹ 'ਤੇ ਚੱਲਦੀ ਰਹੀ ਹੈ। ਔਰ ਸਮੇਂ ਦੇ ਨਾਲ ਨਾਲ ਜਿੱਦਾਂ ਮਾਹਿਰ ਮੰਨਦੇ ਨੇ ਕਿ ਧਰਮ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਉਹ ਚੀਜ਼ਾਂ ਜੋ ਸਾਡੇ ਪੁਰਖਿਆਂ ਨੇ ਸਥਾਪਿਤ ਕੀਤੀਆਂ, ਉੱਥੋਂ ਅਸੀਂ ਥੋੜ੍ਹੇ ਸਾਈਡ ਲਾਈਨ ਹੋ ਗਏ ਹਾਂ, ਉਸ ਟਰੈਕ ਤੋਂ ਉੱਤਰ ਆਏ ਹਾਂ। ਯਾਨੀ ਜੇ ਅਸੀਂ ਕਹੀਏ ਕਿ ਅਸੀਂ ਡਿਕਲਾਈਨ ਵੱਲ ਜਾ ਰਹੇ ਹਾਂ, ਥੱਲੇ ਨੂੰ ਜਾ ਰਹੇ ਹਾਂ, ਤਾਂ ਕੋਈ ਅਤਕਥਨੀ ਨਹੀਂ ਹੋਏਗੀ, ਵਾਕਈ ਅਸੀਂ ਡਿਕਲਾਈਨ ਵੱਲ ਜਾ ਰਹੇ ਹਾਂ। ਅਕਾਲੀ ਦਲ ਨੂੰ ਜੇ ਅਸੀਂ ਦੇਖਣਾ ਚਾਹੀਏ ਤਾਂ ਇਹਨਾਂ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹ ਪੰਥ ਦੀਆਂ ਲੀਹਾਂ ਤੋਂ ਉੱਤਰ ਕੇ ਪਰਿਵਾਰਵਾਦ ਵੱਲ ਆ ਗਏ, ਆਪਣੇ ਪਰਿਵਾਰ ਦੇ ਮੁਤਾਬਿਕ ਅਕਾਲੀ ਦਲ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਜਦਕਿ ਅਕਾਲੀ ਦਲ ਤੇ ਪੰਥ ਦੀ ਸੋਚ ਨੂੰ ਲੈ ਕੇ ਚੱਲਣ ਵਾਲੀ ਪਾਰਟੀ ਰਹੀ ਹੈ ਸ਼ੁਰੂ ਤੋਂ, ਤੇ ਸੂਬੇ ਦੇ ਵਾਸਤੇ ਸ਼ਹੀਦੀਆਂ ਦੇਣ ਵਾਲੀ ਪਾਰਟੀ ਰਹੀ ਹੈ ਸ਼ੁਰੂ ਤੋਂ। ਜੀ ਮਨਜੀਤ ਜੀ, ਇਹ ਜੇ ਹੁਣ ਤੁਸੀਂ ਪਾਰਟੀ ਵਾਈਜ਼ ਐਨਾਲਿਸਿਸ ਵਾਲੀ ਗੱਲ ਆ, ਇਹ ਬਿਲਕੁਲ ਠੀਕ ਤੁਹਾਡੀ ਗੱਲ। ਅੱਗੇ ਵੀ ਆਪਾਂ ਕਈ ਵਾਰੀ ਇਹ ਗੱਲ ਕਰ ਚੁੱਕੇ ਹਾਂ ਕਿ ਸਾਡਾ ਦੇਸ਼ ਦੇ ਵਿੱਚ ਤੁਸੀਂ ਦੇਖਿਆ ਜਾਏ ਨਾ, ਤੇ ਲੋਕ ਰੀਜਨਲ ਜਿਹੜੀਆਂ ਆਇਡੈਂਟੀਟੀ ਹੈ, ਸੱਭਿਆਚਾਰ ਹੈ, ਇਤਿਹਾਸ ਹੈ, ਉਸ ਨੂੰ ਬੁਲਡੋਜ਼ ਕਰਕੇ ਤੇ ਇੱਕ ਕੋਈ ਨਵਾਂ ਹੀ ਸਾਂਝਾ ਮੀਂਝਾ ਇਤਿਹਾਸ ਖੜਾ ਕਰਨਾ, ਜਿਹੜਾ ਬੜਾ ਲੈਵਲ ਜਿਹਾ ਲੱਗੇ, ਉਹਦੇ ਲਈ ਤਿਆਰ ਨਹੀਂ, ਨਾ ਇਹ ਹੋਣਾ ਹੀ ਚਾਹੀਦਾ। ਯਾਨੀ ਤੁਸੀਂ ਕਹੋ ਕਿ ਸਾਡਾ ਦੇਸ਼ ਜਿਹੜਾ ਯੂਨੀਅਨ ਆਫ ਇੰਡੀਅਨ ਸਟੇਟਸ ਹੈਗਾ, ਤੇ ਇਹ ਯੂਨਿਟਰੀ ਨਹੀਂ ਹੈਗਾ ਕਿ ਵੀ ਮਤਲਬ ਇੱਕ ਕੇਂਦਰ ਤੋਂ ਇੱਕੋ ਤਰੀਕੇ ਨਾਲ, ਇੱਕੋ ਕਾਨੂੰਨ ਨਾਲ, ਇੱਕੋ ਢੰਗ ਨਾਲ, ਇੱਕੋ ਭਾਸ਼ਾ, ਇੱਕ ਇੱਕ ਕਰਕੇ ਇਸ ਨੂੰ ਕੀਤਾ ਜਾਏ। ਉਹ ਦੇਸ਼ ਦੇ ਹਿੱਤ 'ਚ ਵੀ ਨਹੀਂ ਹੈ, ਦੇਸ਼ ਦੀ ਮਜ਼ਬੂਤੀ ਦੇ ਹਿੱਤ 'ਚ ਵੀ ਨਹੀਂ ਹੈ, ਤੇ ਉਹ ਪ੍ਰੈਕਟੀਕਲ ਵੀ ਨਹੀਂ ਹੈ। ਤੇ ਨਾ ਸੰਵਿਧਾਨ ਦੇ ਵਿੱਚ ਕਾਨੂੰਨਨ ਤੌਰ ਤੇ ਇਸ ਗੱਲ ਦੀ ਇਜਾਜ਼ਤ ਆ, ਪਰ ਪ੍ਰੈਕਟੀਕਲੀ ਜਿਵੇਂ ਜਿਵੇਂ ਇਸ ਪਾਸੇ ਨੂੰ ਤੁਰਿਆ ਜਾਂਦਾ, ਉਵੇਂ ਉਵੇਂ ਹੀ ਨਵੀਆਂ ਮੁਸੀਬਤਾਂ ਅਸੀਂ ਸਾਹਮਣੇ ਇਹ ਸਾਡੇ ਆ ਰਹੀਆਂ। ਹੁਣ ਕੇਰਲਾ ਦੇ ਵਿੱਚ ਦੇਖੋ, ਹਮੇਸ਼ਾ ਕਮਿਊਨਿਸਟ ਰੀਜਨਲ ਪਾਰਟੀ ਬੜੀ ਸਟਰੋਂਗ ਰਹਿੰਦੀ ਹੈ। ਇਸ ਤਰ੍ਹਾਂ ਪੱਛਮੀ ਬੰਗਾਲ 'ਚ 30-32 ਸਾਲ ਲਗਾਤਾਰ ਉਹਨਾਂ ਨੇ ਕਿਸੇ ਵੇਲੇ ਰਾਜ ਕੀਤਾ, ਤੇ ਉਹਨਾਂ ਦਾ ਵੀ ਹਾਲ ਅਕਾਲੀਆਂ ਵਾਲਾ ਹੋ ਗਿਆ ਬਾਅਦ ਵਿੱਚ। 32 ਸਾਲ 33 ਸਾਲ ਲਗਾਤਾਰ ਰਾਜ ਕਰਨ ਤੋਂ ਬਾਅਦ ਤੁਸੀਂ ਇਮੈਜਿਨ ਕਰੋ, ਇੱਕੋ ਪਾਰਟੀ ਵੱਲੋਂ ਇੱਕ ਸਟੇਟ 'ਚ, ਮੈਨੂੰ ਲੱਗਦਾ ਇਹ ਆਜ਼ਾਦ ਭਾਰਤ ਵਿੱਚ ਲੌਂਗੈਸਟ ਹੋਊਗਾ ਐਵਰ। ਪਰ ਅੱਜ ਦੀ ਇਹ ਪਿਛਲੀ ਵਾਰੀ ਕੋਈ ਜਿੱਤੀ ਇੱਕ ਸੀਟ ਵੀ ਨਹੀਂ ਸ਼ਾਇਦ ਜਿੱਤੀ, ਇਹ ਹਾਲਤ ਬਣ ਗਈ। ਸਾਰੀ TMC ਵਰਸਸ BJP ਜਾਂ ਇਸ ਤਰ੍ਹਾਂ ਦਾ ਬਣ ਗਿਆ। ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਇਹ ਜਿਹੜੀਆਂ ਰੀਜਨਲ ਆਇਡੈਂਟੀਟੀ ਵਾਲੀ ਪੋਲਿਟਿਕਸ ਆ, ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਬੜੀ ਜ਼ਿੰਮੇਵਾਰੀ ਨਾਲ ਦੇਖਣਾ ਚਾਹੀਦਾ ਸੀ, ਉਸ ਨੂੰ ਜਦੋਂ ਕੰਪਰੋਮਾਈਜ਼ ਕੀਤਾ ਤੇ ਉਹਦੇ ਰਿਜ਼ਲਟ ਇਹੋ ਹੀ ਨਿਕਲੇ ਜਿਹੜਾ ਮੈਂ ਦੂਜੀਆਂ ਜਗ੍ਹਾ ਦੇ ਉੱਤੇ ਦੱਸ ਰਿਹਾ।
ਜਿੱਥੇ ਲੋਕ ਖੜੇ ਰਹੇ ਆ, DMK ਖੜੀ ਰਹੀ ਆ, ਵੰਡੀ ਗਈ, ਅੰਨਾ DMK, ਦੂਸਰੀ DMK ਸਟਾਲਨ ਵਾਲੀ, ਹੁਣ ਉਹਨਾਂ ਨੇ ਉਹ ਫਿਰ ਵੀ ਜਦੋਂ ਬਾਹਰੋਂ ਕੋਈ ਜਾਂਦੇ ਆ ਤੇ ਐਨ ਆਪਣੀਆਂ ਅੱਖਾਂ ਨੂੰ ਓਏ ਚਲੋ ਸਾਊਥ ਇਜ਼ ਸਾਊਥ, DMK ਇਜ਼ DMK, ਹੈ ਨਾ। ਇੱਕ ਦਰਾਵੜ ਬੜੀ ਤਕੜੀ ਮੂਵਮੈਂਟ ਉਹਨਾਂ ਦੀ ਪੈਰੀਆਰ ਵਗੈਰਾ ਦੀ ਚੱਲਦੀ ਰਹੀ। ਇਸ ਤਰ੍ਹਾਂ ਹੀ ਕਰਨਾਟਕਾ ਦੇ ਵਿੱਚ ਵੀ ਹੈ ਉਹਨਾਂ ਦੀ ਜਿਹੜੇ ਲਿੰਗਾਇਤ ਹੈ ਉਹਨਾਂ ਦੀ ਬੜੀ ਤਕੜੀ ਮੂਵਮੈਂਟ ਰਹੀ ਹੈ। ਉਹਨਾਂ ਦੇ ਹੈੱਡ ਹੈਗੇ ਆ, ਉਹ ਸਾਡੇ ਅਕਾਲੀਆਂ ਵਾਂਗੂ ਹੀ ਸਮਝੋ ਤੁਸੀਂ ਮੋਟੇ ਤੌਰ ਤੇ, ਹਾਂਜੀ। ਤਾਂ ਇਹ ਜਿਹੜੇ ਲੋਕ ਇਸ ਕਿਸਮ ਦੇ ਰੀਜਨਲ ਆਇਡੈਂਟੀਟੀਆਂ ਦੇ ਨਾਲ ਬੱਝੇ ਹੋਏ ਸੀ, ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਸੀ ਤੇ ਉਹੀ ਹੀ ਦੇਸ਼ ਦੀ ਮਜ਼ਬੂਤੀ ਤੇ ਸ਼ਾਨ ਵੀ ਸੀਗੀ। ਤਾਂ ਹੀ ਤੇ ਸਾਡੇ ਸੰਵਿਧਾਨ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਨੂੰ, ਕਿੰਨੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਦਰਜਾ ਦਿੱਤਾ। ਐਗਜ਼ੈਕਟ ਨੰਬਰ ਉਹ ਬਦਲਦਾ ਰਹਿੰਦਾ, ਹੁਣ ਮੈਨੂੰ ਯਾਦ ਨਹੀਂ, ਪਰ ਉਹ ਹੈਗੀਆਂ। ਇਹ 1 ਰੁਪਈਏ ਦੇ ਨੋਟ 'ਚ ਵੀ ਦੇਖਣ ਨੂੰ ਮਿਲਦੀਆਂ ਸਾਰੀਆਂ। ਕਹਿਣ ਦਾ ਮੇਰਾ ਮਤਲਬ ਸੰਜੀਵ ਜੀ ਇਹ ਹੈਗਾ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਅਕਾਲੀ ਦਲ ਨੇ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਸੱਤਾ ਦੀ ਹੋੜ ਦੇ ਵਿੱਚ ਆਪਣੀ ਜ਼ਿੰਮੇਵਾਰੀ ਭੁੱਲ ਗਏ। ਜਿਹੜੀ ਇਤਿਹਾਸ ਨੇ, ਪੰਜਾਬ ਨੇ, ਇੱਥੋਂ ਦੇ ਗੁਰੂਆਂ ਨੇ, ਇੱਥੋਂ ਦੀ ਸਾਡੀ ਧਰਤੀ ਨੇ ਇਹਨਾਂ ਦੇ ਮੋਢਿਆਂ ਤੇ ਪਾਈ ਸੀ, ਉਹਨੂੰ ਇਹ ਭੁੱਲ ਗਏ ਤੇ ਭੁੱਲੇ ਇਸ ਕਦਰ ਕਿ ਦੁਬਾਰਾ ਹੁਣ ਜੇ ਚੇਤੇ ਵੀ ਕਰਨ ਤੇ ਲੋਕ ਵਿਸ਼ਵਾਸ ਨਹੀਂ ਕਰ ਰਹੇ। ਦੂਜੇ ਪਾਸੇ ਜਿਹੜੀ ਸਾਡੇ ਪੰਜਾਬ ਦੇ ਨਾਲ ਟ੍ਰੈਜਡੀ ਹੋ ਰਹੀ ਉਹ ਇਹ ਹੈ ਕਿ ਜਿਹੜਾ ਸਿੱਖ ਧਰਮ ਆ ਉਹ ਅਸਲ 'ਚ ਟਿਪੀਕਲ ਧਰਮ ਨਹੀਂ ਹੈ। ਉਹ ਤੇ ਇੱਕ ਮੂਵਮੈਂਟ ਲਈ, ਸਮਾਜਿਕ ਇਨਕਲਾਬ ਲਈ ਕਨਸਟੀਟਿਊਸ਼ਨ ਆ, ਸੰਵਿਧਾਨ ਹੈਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਪੈਰਲਲ ਮੋਰਲ, ਅਧਿਆਤਮਕ ਤੇ ਮੋਰਲ ਜਿਹੜੀ ਇੱਕ ਕਿਸਮ ਦੀ ਭਾਸ਼ਾ 'ਚ, ਨੈਤਿਕ ਭਾਸ਼ਾ 'ਚ, ਇੰਡੀਆ ਵਰਗੇ ਹਾਲਾਤਾਂ 'ਚ ਇੱਕ ਬਹੁਤ ਹੀ ਇਨਕਲਾਬੀ ਪ੍ਰੋਗਰਾਮ ਹੈਗਾ। ਅਸੀਂ ਕੀ ਕੀਤਾ? ਅਸੀਂ ਉਸ ਤੇ ਚੱਲਣ ਦੀ ਜਗ੍ਹਾ ਅਕਾਲੀ ਦਲ ਵੱਲੋਂ ਉਸ ਦੀ ਨਬਜ਼ ਨੂੰ ਫੜ ਕੇ ਜਾਂ ਉਸ ਦੀ ਅਸਲੀ ਜਿਹੜੀ ਗਿਰੀ ਹੈਗੀ ਆ ਉਸ ਨੂੰ ਲੈ ਕੇ ਅੱਗੇ ਤੁਰਨ ਦੀ ਜਗ੍ਹਾ ਉਹ ਦੂਜੀਆਂ ਪਾਰਟੀਆਂ ਦੇ ਵਾਂਗੂ ਰੰਗਾਂ 'ਚ ਰੰਗੇ ਗਏ ਕਿ ਚਲੋ ਸੱਤਾ ਹੰਡਾਓ, ਮੌਜਾਂ ਕਰੋ, ਫੇਰ ਹਾਰ ਜਾਾਂਗੇ, ਦੁਬਾਰਾ ਆ ਜਾਾਂਗੇ, ਫੇਰ ਸੱਤਾ ਹੰਡਾਓ, ਉਸ ਪਾਸੇ ਨੂੰ ਚੱਲ ਪਏ। ਇਹ ਡੈਮੋਕ੍ਰੇਸੀ 'ਚ ਇਹ ਲਾਲਚ ਜਾਂ ਲੋਭ ਜਾਂ ਇਹ ਇੱਕ ਅਟਰੈਕਸ਼ਨ ਬੜੀ ਜਿਹੜੀ ਖਤਰਨਾਕ ਹੁੰਦੀ ਹੈ, ਉਹ ਹੋਇਆ। ਇਹ ਉਸੇ ਖਤਰੇ ਦੇ ਇਹਨਾਂ ਦੇ ਇਹਦੇ ਤੇ ਧਰਾਤਲ ਨਾਲ ਜੁੜੀ, ਆਮ ਮਿੱਟੀ ਨਾਲ ਜੁੜੇ ਹੋਏ ਲੋਕਾਂ ਦੀ ਪਾਰਟੀ ਸੀ, ਹੈ ਨਾ। ਇਹਨਾਂ ਨੂੰ ਕਦੀ ਉਹ ਆਪਣੀ ਜੜ ਤੇ ਪੈਰ ਨਹੀਂ ਸੀ ਧਰਤੀ ਨਾਲੋਂ ਉਖਾੜਨੇ ਚਾਹੀਦੇ। ਪ੍ਰਕਾਸ਼ ਸਿੰਘ ਬਾਦਲ ਹੁਣੀ ਇਸ ਗੱਲ ਨੂੰ ਸਮਝਦੇ ਸੀ, ਤਾਂ ਕਿ ਸੰਗਤ ਦਰਸ਼ਨ ਜੇ ਉਹ ਕਰਦੇ ਰਹਿੰਦੇ ਸੀ ਕਦੀ ਨਾ ਕਦੀ। ਇਹ ਜਿਹੜੀ ਨਵੀਂ ਪੀੜ੍ਹੀ ਇਹਨਾਂ ਨੇ ਜਿਵੇਂ ਜਿਵੇਂ ਇਹ ਹਾਵੀ ਹੋਇਆ, ਇਹ ਉਹਦੇ ਨਾਲੋਂ ਟੁੱਟ ਕੇ ਆਪਣੇ ਆਪ ਨੂੰ ਦੂਜੀਆਂ ਪਾਰਟੀਆਂ ਵਾਂਗੂ ਸਮਝਣ ਲੱਗੇ, ਜਿਹਦਾ ਰਿਜ਼ਲਟ ਜੋ ਨਿਕਲਿਆ ਉਹ ਸਾਡੇ ਸਾਹਮਣੇ ਹੈ। ਤੇ ਸਿੱਖੀ ਨੂੰ ਜਦ ਤੱਕ ਉਹ ਇੱਕ ਧਰਮ ਤੇ ਚਲੋ ਠੀਕ ਹੈ, ਜਿਹੜਾ ਵੀ ਧਰਮ ਹੈ, ਮੈਂ ਕੋਈ ਇਹਨੂੰ ਇਹਦੀ ਕੰਟੈਂਟ ਨਹੀਂ ਕਰ ਰਿਹਾ, ਪਰ ਉੱਥੇ ਤੱਕ ਇਹ ਸੀਮਿਤ ਨਹੀਂ ਹੈ। ਜੇ ਤੁਸੀਂ ਸੋਚ ਕੇ ਦੇਖੋ, ਜੇ ਇਹ ਟਿਪੀਕਲ ਧਰਮਾਂ ਵਾਂਗੂ ਧਰਮ ਹੋਵੇ ਤਾਂ ਫਿਰ ਬਾਕੀ ਧਰਮਾਂ ਦੀ ਬਰਾਬਰ ਦੀ ਉੱਥੇ ਇੱਜ਼ਤ ਕਿਵੇਂ ਹੋਊਗੀ? ਐਗਜ਼ੈਕਟਲੀ। ਉਹ ਤੇ ਉੱਥੇ ਜਾ ਕੇ ਹਰ ਕੰਮ 'ਚ ਸ਼ਾਮਲ ਹੋ ਸਕਦੇ ਆ, ਨਤਮਸਤਕ ਹੋ ਸਕਦੇ ਆ, ਲੰਗਰ ਬਣਾ ਸਕਦੇ ਆ, ਲੰਗਰ ਛਕ ਸਕਦੇ ਆ, ਭਾਂਡੇ ਮਾਂਜ ਸਕਦੇ ਆ, ਕੰਸਟਰਕਸ਼ਨ ਜੇ ਕੋਈ ਸੇਵਾ ਕਰਨੀ ਆ, ਕਾਰ ਸੇਵਾ ਕਰਨੀ ਆ, ਹਰ ਕੰਮ 'ਚ ਬਰਾਬਰ ਦਾ, ਅੰਦਰ ਨਮਾਜ਼ ਪੜ੍ਹ ਸਕਦੇ। ਇਹਦੋਂ ਵੱਧ ਕੋਈ ਹੋਰ ਹੋਊਗੀ ਗੱਲ? ਬਿਲਕੁਲ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਧਾਰਮਿਕ ਗ੍ਰੰਥਾਂ ਦਾ, ਸਾਰੇ ਧਾਰਮਿਕ ਸ਼ਾਸਤਰਾਂ ਦਾ, ਸਾਰੇ ਧਰਮਾਂ ਦਾ ਨਿਚੋੜ ਹੈ। ਔਰ ਇੱਕ ਵਾਕਈ ਤੁਸੀਂ ਕਿਹਾ ਇੱਕ ਕ੍ਰਾਂਤੀਕਾਰੀ ਗ੍ਰੰਥ ਸਾਡੇ ਕੋਲ ਹੈ, ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਰੈਵੋਲੂਸ਼ਨਾਈਜ਼ ਕਰ ਸਕਦੇ ਹਾਂ, ਕ੍ਰਾਂਤੀਕਾਰੀ ਦਿੱਖ ਦੇ ਸਕਦੇ ਹਾਂ ਆਪਣੀ ਜ਼ਿੰਦਗੀ ਨੂੰ। ਬਿਲਕੁਲ। ਤੁਸੀਂ ਹੁਣ ਮੈਂ ਗੱਲ ਨੂੰ ਜੋੜ ਕੇ ਕਰਾਂ ਤੇ ਤੁਹਾਨੂੰ ਇਹਦਾ ਸਿੱਟਾ ਵੀ ਸਮਝ ਆ ਜੂਗੀ ਕਿ ਜਿਹੜਾ ਅਕਾਲੀ ਦਲ ਜਿਵੇਂ ਦੂਜੀਆਂ ਪਾਰਟੀਆਂ ਵਾਂਗੂ ਰੰਗਾਂ 'ਚ ਰੰਗਿਆ ਗਿਆ, ਉਹਨਾਂ ਨੇ ਆਪਣੀ ਜਿਹੜੀ ਮਹਾਨਤਾ ਆਪ ਹੀ ਆਪਣੇ ਤੋਂ ਗਵਾ ਲਈ, ਮਿਹਨਤ ਕਰਕੇ ਥੱਲੇ ਆ ਗਏ, ਜਾਨੀ ਜਿੱਥੇ ਸੀਗੇ, ਜਿੱਥੇ ਪਹੁੰਚੇ ਸੀ, ਥੱਲੇ ਉਤਰ ਆਏ, ਬਾਕੀ ਦੇ ਬਰਾਬਰ ਆ ਕੇ ਕੌਡ ਕਬੱਡੀ ਖੇਡਣ ਲੱਗ ਗਏ ਪੋਲਿਟਿਕਸ ਦੀ। ਉਸੇ ਤਰ੍ਹਾਂ ਹੀ ਇਹ ਸਾਡੀ SGPC ਨੇ ਵੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਮਾਰਗਦਰਸ਼ਕ ਜਿਹੜੀ ਮਹਾਨਤਾ ਸੀ ਉਹਨੂੰ ਗਵਾ ਕੇ ਲੋਕਾਂ ਨੂੰ ਸਿਰਫ ਨਗਰ ਕੀਰਤਨ ਤੱਕ ਕੀਰਤਨ ਕੱਢਣ ਤੇ ਸੀਮਤ ਕਰਤਾ ਵੀ ਸ਼ਰਧਾ ਦੇ ਵਿੱਚ ਕਰੀ ਚੱਲੋ, ਪੈਸੇ ਚੜਾਈ ਚੱਲੋ ਤੇ ਅਸੀਂ ਆਪਣਾ ਗੋਲਕਾਂ ਵੱਲ ਜਿਹੜਾ ਜ਼ਿਆਦਾ ਧਿਆਨ ਹੋਵੇ ਤੇ ਪ੍ਰਚਾਰ ਵੱਲ ਘੱਟ ਹੋਵੇ। ਇਸ ਕਿਸਮ ਦਾ ਜਿਹੜਾ ਹੋ ਗਿਆ, ਅਸੀਂ ਇਸ ਨੂੰ ਵੀ ਸਿੱਖੀ ਨੂੰ ਇੱਕ ਦੂਜੇ ਧਰਮਾਂ ਦੇ ਬਰਾਬਰ ਰੂਟੇਨਾਈਜ਼, ਜਿਵੇਂ ਮੰਦਿਰਾਂ 'ਚ ਕੁਇੰਟਲਾਂ ਟਨਾਂ ਦਾ ਤੱਕ ਸੋਨਾ ਪਿਆ, ਉਸੇ ਤਰ੍ਹਾਂ ਅਸੀਂ ਸ਼ੁਰੂ ਹੋ ਗਏ।
ਕਿ ਸੋਨੇ ਚੜਾ ਦਿਓ, ਸੋਨੇ ਦੇ ਕਲਸ਼ ਲਾ ਦਿਓ, ਸੋਨੇ ਦੀਆਂ ਇਹ ਕਰ ਦਿਓ। ਇਹ ਕੰਮ ਨਹੀਂ ਸੀ ਨਾ। ਇਹ ਸਾਡੇ ਗੁਰਦੁਆਰਾ ਸਾਹਿਬ ਕਿਤੇ ਆਮਦਨ ਦੇ ਸਾਧਨ ਥੋੜੀ ਸੀ, ਰੁਜ਼ਗਾਰ ਦੇ ਸਾਧਨ ਥੋੜੀ ਸੀ। ਇਹ ਤੇ ਇੱਕ ਸਮਾਜਿਕ ਚੇਤਨਾ ਦੇ ਕੇਂਦਰ ਸੀਗੇ। ਔਰ ਇੱਥੇ ਰਾਜਨੀਤਿਕ ਤੌਰ ਤੇ ਪਲਾਨ ਕਰਨ ਲਈ ਛੋਟੇ ਮੋਟੇ ਇੱਕ ਕਿਲੇ ਵੀ ਸੀ ਸਮਾਜ ਨੂੰ ਅੱਗੇ ਤੋਰਨ ਲਈ। ਇੱਕ ਸਾਡੇ ਜਿਸ ਤਰ੍ਹਾਂ ਜਰੀਏ ਦਿੱਲੀ ਨੂੰ ਤੇ ਰਾਹ ਦੇ ਵਿੱਚ ਉਹ ਪਿਲਰ ਨਹੀਂ ਆਉਂਦੇ ਸ਼ੇਰਸ਼ਾਹ ਸੂਰੀ ਦੇ ਵੱਡੇ ਵੱਡੇ ਜਿਹੜੇ ਆ, ਜਦੋਂ ਉਹ ਡਾਕ ਲਈ ਉਹ ਵਰਤਦੇ ਸੀ, ਸਾਡੇ ਇਸ ਕਿਸਮ ਦੇ ਇਹ ਸਤੰਭ ਸੀਗੇ ਸਮਾਜਿਕ ਏਕੇ ਦੇ, ਰਾਜਨੀਤਿਕ ਸ਼ਕਤੀ ਦੇ, ਚੇਤਨਾ ਦੇ, ਚਿੰਤਨ ਕਰਨ ਦੇ। ਅਸੀਂ ਉਹਨਾਂ ਨੂੰ ਕੀ ਬਣਾਤਾ, ਆਓ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਲਾਓ ਤੇ ਚਲੇ ਜਾਓ। ਫਿਰ ਆਪਾਂ ਮੰਦਿਰ, ਕੋਈ ਮੰਦਿਰ ਚਲੇ ਜਾਏ, ਗੁਰਦੁਆਰੇ ਚਲੇ ਜਾਏ, ਫਿਰ ਫਰਕ ਕੀ ਹੈ ਮੈਨੂੰ ਦੱਸੋ। ਐਗਜ਼ੈਕਟਲੀ ਇਹ ਚੀਜ਼ਾਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਔਰ ਮੈਂ ਤੁਹਾਡੀਆਂ ਗੱਲਾਂ ਦਾ ਇੱਕ ਨਿਚੋੜ ਲਵਾਂ ਤੇ ਸਾਨੂੰ ਇੱਕ ਕਲਚਰਲ ਪਾਲਿਸੀ ਚਾਹੀਦੀ ਹੈ ਔਰ ਉਹਦਾ ਆਧਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਚਾਹੀਦੇ ਨੇ, ਕਿਉਂਕਿ ਸਾਰੇ ਗ੍ਰੰਥਾਂ ਦਾ ਨਿਚੋੜ, ਸਾਰੇ ਧਰਮ ਸ਼ਾਸਤਰਾਂ ਦਾ ਨਿਚੋੜ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਮਿਲੇਗਾ। ਇੱਕ ਕਲਚਰਲ ਪਾਲਿਸੀ ਸਾਨੂੰ ਚਾਹੀਦੀ ਹੈ। ਸੋ ਫਾਈਨਲ ਵਰਡਸ, ਹੁਣ ਇਹ ਸਭ ਕੁਝ ਹੋ ਗਿਆ, ਅਸੀਂ ਅਕਾਲੀ ਦਲ ਦਾ ਐਟੀਟਿਊਡ ਦੇਖ ਲਿਆ, ਅਸੀਂ ਕਾਂਗਰਸ ਦਾ ਐਟੀਟਿਊਡ ਦੇਖ ਲਿਆ, ਅਸੀਂ ਬੀਜੇਪੀ ਦਾ ਐਟੀਟਿਊਡ ਦੇਖ ਲਿਆ, ਵੱਖ-ਵੱਖ ਪਾਰਟੀਆਂ ਦਾ ਐਟੀਟਿਊਡ ਅਸੀਂ ਦੇਖ ਲਿਆ, ਡਿਸਕਸ ਕਰ ਲਿਆ। ਹੁਣ ਇੱਕ ਫਾਈਨਲ ਵਰਡਸ, ਭਗਵੰਤ ਮਾਨ ਸਾਹਿਬ ਕੀ ਕਰਨ, ਆਮ ਆਦਮੀ ਪਾਰਟੀ ਕੀ ਕਰੇ ਪੰਜਾਬ ਦੇ ਲਈ, ਇਹ ਰੰਗਲਾ ਪੰਜਾਬ ਕਿੱਦਾਂ ਬਣੇ? ਪਹਿਲਾਂ ਤੇ ਭਗਵੰਤ ਮਾਨ ਬਣੇ, ਉਹ ਹੈ ਨਹੀਂ। ਉਹਦੀ ਡੋਰ ਕਿਤੇ ਹੋ ਰਿਹਾ, ਉਹਦਾ ਦਿਮਾਗ ਕਿਧਰੇ ਹੋਰ ਤੋੜ ਦਿੱਤਾ ਕੇਜਰੀਵਾਲ ਨੇ। ਉਹਨੂੰ ਕਿਹਾ ਕਿ ਤੂੰ ਜਹਾਜ਼ ਖਰੀਦ ਤੇ ਮੈਨੂੰ ਹੂਟੇ ਦਵਾ, ਤੇ ਇਹ ਤੇ ਉਹਦਾ ਜਾਨੀ ਪਾਇਲਟ ਬਣਿਆ ਹੋਇਆ ਸਰਕਾਰ ਪੰਜਾਬ ਦੇ ਖਰਚੇ ਤੇ। ਇਹ ਕੰਮ ਜਦ ਤੱਕ ਛੱਡਿਆ ਨਹੀਂ ਜਾਂਦਾ, ਇੱਥੇ ਲੋਕਾਂ ਨੇ ਇਹਨਾਂ ਨੂੰ ਨਾ ਤੇ ਮਨਜ਼ੂਰ ਕਰਨਾ, ਨਾ ਇਹਨਾਂ ਦੀ ਇੱਥੇ ਬਹੁਤੀ ਦੇਰ ਤੱਕ ਜੜ ਲੱਗਣ ਦੇਣੀ। ਵੋਟਾਂ ਜ਼ਰੂਰ ਪਾਤੀਆਂ ਟਰਾਇਲ ਦੇ ਤੌਰ ਤੇ, ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਟਰਾਇਲ ਆ, ਪਰ ਇਹ ਅਜੇ ਇਹਨਾਂ ਨੂੰ ਇੰਜ ਲੱਗਦਾ ਕਿ ਪਤਾ ਨਹੀਂ ਅਸੀਂ ਕਿੱਡੀ ਕੁ ਜੜ ਲਾ ਚੁੱਕੇ ਹਾਂ। ਜੜ ਦੇ ਖੁਦ ਵੀ ਨਹੀਂ ਲਾਉਣਾ ਚਾਹੁੰਦੇ, ਪਾਰਟੀ ਨਹੀਂ ਮਜ਼ਬੂਤ ਹੋਣਾ ਦੇਣਾ ਚਾਹੁੰਦੇ, ਥੱਲਿਓ ਲੀਡਰ ਨਹੀਂ ਬਣ ਦੇਣਾ ਚਾਹੁੰਦੇ। ਵੈਸੇ ਤੇ ਕੋਈ ਪਾਰਟੀ ਵੀ ਨਹੀਂ ਬਣ ਦੇਣਾ ਚਾਹੁੰਦੀ, ਪਰ ਇਹਨਾਂ ਇਹ ਤੇ ਖਾਸ ਖਿਆਲ ਰੱਖਦੇ। ਇਸ ਲਈ ਮੇਰੀ ਤੇ ਭਗਵੰਤ ਮਾਨ ਨੂੰ ਸਲਾਹ ਇਹ ਹੈ ਕਿ ਤੁਸੀਂ ਪੰਜਾਬ ਦੀ ਜਿਹੜੀ ਤੁਹਾਨੂੰ ਇੰਨੀ ਇੱਕ ਸ਼ਕਤੀ ਦਿੱਤੀ ਆ, ਲੋਕਾਂ ਨੇ ਭਰੋਸਾ ਕੀਤਾ, ਤੁਸੀਂ ਉਹਦੇ ਤੇ ਭਰੋਸਾ ਕਰਕੇ, ਲੋਕ ਪਿਆਰ ਤੇ ਸਤਿਕਾਰ ਜਿਹੜਾ ਤੁਹਾਨੂੰ ਦਿੱਤਾ ਉਹਦੇ ਤੇ ਭਰੋਸਾ ਕਰਕੇ ਚੱਲੋ। ਬਾਹਰ ਕੇਜਰੀਵਾਲ ਕਿੱਥੇ ਕਿੱਥੇ ਪ੍ਰਧਾਨ ਮੰਤਰੀ ਬਣਨਾ ਜਾਂ ਉਹਨੇ UN ਦਾ ਕੋਈ ਸੈਕਟਰੀ ਜਨਰਲ ਬਣਨਾ, ਉਹਨੂੰ ਲੱਗੇ ਰਹਿਣ ਦਿਓ। ਮਾੜਾ ਮੋਟਾ ਟੁੰਨ ਉੱਥੇ ਵੀ ਕਰ ਦਿਓ, ਕੁਝ ਬੰਦਿਆਂ ਨੂੰ ਭੇਜ ਦਿਆ ਕਰੋ। ਤੁਸੀਂ ਆਪਣਾ ਪੰਜਾਬ ਨੂੰ ਸਾਂਭੋ। ਨਹੀਂ ਤੇ ਅਸਲ 'ਚ ਕੇਜਰੀਵਾਲ ਦਾ ਕੰਮ ਇਹ ਹੈਗਾ ਕਿ ਇਹਨਾਂ ਨੂੰ ਇਸਤੇਮਾਲ ਕਰਕੇ ਪਹਿਲਾਂ ਦਿੱਲੀ ਮਾਡਲ ਇੱਥੇ ਲੈਣ ਦਾ, ਹੁਣ ਪੰਜਾਬ ਮਾਡਲ ਅਸੀਂ ਪੰਜਾਬ 'ਚ ਕਰਤਾ, ਉਹ ਦੂਜੀ ਜਗ੍ਹਾ ਵੇਚੀ ਜਾਊਗਾ। ਉਹ ਕੰਮ ਵੇਚਣ ਵਾਲਾ ਜੇ ਜੋਰ ਬਾਕੀ ਰਾਜਨੀਤਿਕ ਪਾਰਟੀਆਂ ਕਰਦੀਆਂ, ਉਹਦੇ ਤੋਂ ਬਾਹਰ ਰਹਿ ਕੇ ਇੱਕ ਰੀਜਨਲ ਸਟਰੋਂਗ ਦਿੱਖ ਦੇ ਨਾਲ ਆਪਣੇ ਮਸਲਿਆਂ ਤੇ ਫੋਕਸ ਕਰਕੇ ਚੱਲਣ ਤੇ ਠੀਕ ਹੋਊਗਾ। ਪਰ ਇਹਨਾਂ ਦੇ ਹੈਲਥ ਸਿਸਟਮ ਦਾ ਦੇਖ ਲਓ, ਠੀਕ ਠਾਕ ਕਰਕੇ ਉਹਨੂੰ ਮਜ਼ਬੂਤ ਕਰਨ ਦੀ ਜਗ੍ਹਾ, ਚੰਗੇ ਡਾਕਟਰ ਲਿਆਉਣ ਦੀ ਜਗ੍ਹਾ, ਨਵੇਂ ਮਸ਼ੀਨ ਟੈਸਟ ਸਸਤੇ ਕਰਨ ਦੀ ਜਗ੍ਹਾ, ਆ ਨਵਾਂ ਹੀ ਤਮਾਸ਼ਾ ਸ਼ੁਰੂ ਕਰਤਾ 580 ਆਮ ਆਦਮੀ ਕਲੀਨਿਕ। ਉਹ ਕਲੀਨਿਕਾਂ ਦੇ ਵਿੱਚ ਅੱਜ ਕੱਲ੍ਹ ਇੰਨੀ ਤੁਹਾਨੂੰ ਇਨਵੈਸਟਮੈਂਟ ਵਾਲਾ ਐਕਸਪੈਂਸਿਵ ਇਲਾਜ ਹੋ ਗਏ ਆ, ਇੰਨੀਆਂ ਟੈਕਨੋਲੋਜੀਜ਼, ਟੈਕਨੀਕਸ, ਮਸ਼ੀਨਾਂ ਆ ਗਈਆਂ, ਤੁਸੀਂ ਉੱਥੇ ਕਲੀਨਿਕਾਂ 'ਚ ਤੋਰਤਾ ਲੋਕਾਂ ਨੂੰ। ਇਸ ਗੱਲ ਤੇ ਪਿੰਡ ਦੇ ਹਕੀਮ ਵੀ ਕਰੀ ਜਾਂਦੇ ਸੀ। ਇਹ ਕੰਮ ਠੀਕ ਨਹੀਂ ਹੈ। ਇਹ ਚੱਲ ਰਹੀ ਹੈ ਦਿੱਲੀੋਂ ਤਾਰ, ਇਹ ਆਪਣੀ ਸੋਚ ਨਾਲ ਚੱਲਣ ਤੇ ਇਹ ਠੀਕ ਰਹੂਗਾ ਜੀ। ਮਨਜੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ ਹੈ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ। ਥੈਂਕ ਯੂ ਸੋ ਮਚ ਮਨਜੀਤ ਜੀ। ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ, ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।